मैं खुद MA BEd ਆ ਮਾਸਟਰਸ ਮੈਂ ਇੰਗਲਿਸ਼ ਦੀ ਕੀਤੀ ਹੋਈ ਆ ਐਂਡ ਇਟਸ ਨਾਟ ਲਾਈਕ ਕਿ +2 ਦੇ ਟੀਚਰਸ ਤੁਹਾਨੂੰ ਇੱਥੇ ਪੜ੍ਹਾ ਰਹੇ ਐਜੂਕੇਟਿਡ ਟੀਚਰਸ ਆ ਐਕਸੈਂਟ ਤੇ ਵਰਕ ਹੁੰਦਾ ਆ ਦੋ ਤਰ੍ਹਾਂ ਦੇ ਸਟੂਡੈਂਟ ਹੈਗੇ ਇੱਕ ਤਾਂ ਹੈਗੇ ਕਨਵੈਂਟ ਸਕੂਲ ਵਧੀਆ ਸਕੂਲਾਂ ਵਿੱਚ ਪੜ੍ਹ ਕੇ +2 ਪਾਸ ਕਰਕੇ ਆ ਰਿਹਾ ਇੱਕ ਜਿਹੜੇ ਪੰਜਾਬੀ ਸਕੂਲਾਂ 'ਚ ਖਾਸ ਤੌਰ ਤੇ ਆਪਾਂ ਕਹਿ ਲਈਏ ਵੀ ਪਿੰਡਾਂ ਦੇ ਬੱਚੇ ਹੈਗੇ ਆ ਜਦੋਂ ਕਲਾਸ 'ਚ ਬੈਠਦੇ ਉਹਨਾਂ ਦਾ ਦੋਨਾਂ ਦਾ ਡਿਫਰੈਂਸ ਹੁੰਦਾ ਪੜ੍ਹਨ ਦਾ ਵੀ ਤੇ ਸਿੱਖਣ ਦਾ ਵੀ ਉਹ ਦੋਨਾਂ ਨੂੰ ਕਿਸ ਤਰ੍ਹਾਂ ਤੁਸੀਂ ਗੈਪ ਕਵਰ ਕਰਦੇ ਹੋ ਐਕਸਟਰਾ ਕਲਾਸ ਨੂੰ ਇਹੀ ਕਰਾਇਆ ਜਾਂਦਾ ਆ ਟਿਊਸ਼ਨ ਦੀ ਤਰ੍ਹਾਂ ਪੜ੍ਹਾਇਆ ਬੇਸਿਕਲੀ ਕਿ ਜਿੱਦਾਂ ਟਿਊਸ਼ਨ ਇੱਕ ਪੁਆਇੰਟ ਬੱਚਾ ਪੁੱਛ ਸਕਦਾ ਹੈ ਉਹ ਫੀਲ ਨਾ ਕਰੇ ਕਿ ਹਾਂ ਮੈਂ ਬਾਕੀਆਂ ਨਾਲੋਂ ਘੱਟ ਆ ਸੋ ਦਿਸ ਇਜ਼ ਹਾਊ ਵੀ ਕਵਰ ਦ ਏਰੀਆਜ਼ ਤੇ ਇੱਕ ਬੈਸਟ ਆਫਰ ਤੁਹਾਨੂੰ ਦੇਤੀ ਆ ਜੇ ਤੁਸੀਂ 3 ਵਾਰੀ 4 ਵਾਰੀ ਆਇਲਟਸ ਕਰ ਚੁੱਕੇ ਆ ਤੁਹਾਡਾ ਆਇਲਟਸ ਕੰਪਲੀਟ ਨਹੀਂ ਹੋਇਆ ਤੇ ਤੁਸੀਂ ਇੱਥੇ ਮਿਨਿਸਟਰੀ ਆਫ ਆਇਲਟਸ 'ਚ ਆ ਜਾਓ ਤੁਹਾਨੂੰ 50% ਮਤਲਬ ਅੱਧੇ ਪੈਸੇ ਤੁਹਾਡੇ ਲੱਗਣੇ ਆ ਅੱਧੇ ਪੈਸੇ ਤੁਹਾਨੂੰ ਜਿਹੜੇ ਕਿ ਮਾਫ ਕੀਤੇ ਆ ਇੱਥੇ ਕਿ ਅੱਜ ਕੱਲ ਪਿੰਡਾਂ ਦੀ ਗੱਲ ਕਰ ਲਓ 25 30 ਲੱਖ ਰੁਪਇਆ ਡੋਂਕੀ ਲਾ ਕੇ ਦੇਣ ਨੂੰ ਤਿਆਰ ਆ ਪਰ ਉਹ ਵੀ ਰਸਤੇ ਵਿੱਚ ਉਹਨਾਂ ਨਾਲ ਮਿਸ ਹੈਪਨਿੰਗ ਹੋ ਜਾਂਦੀ ਆ ਤੇ ਜੇ ਪਹੁੰਚ ਜਾਂਦੇ ਫਿਰ ਉਹਨਾਂ ਨੂੰ ਉੱਥੇ ਵੀ ਹਰਾਸ ਹੋਣਾ ਪੈਂਦਾ ਕੋਈ ਸਹੀ ਰਸਤਾ ਹੈਗਾ ਕੈਨੇਡਾ ਜਾਣ ਦਾ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੀ ਕਦਰ ਆ ਕੈਨੇਡਾ 'ਚ ਹੁਣ ਮੈਂ ਵੀ ਗਈ ਹਾਂ ਉੱਥੇ ਮੈਨੂੰ ਮੈਂ ਦੇਖਿਆ ਹੈ ਕਿ ਜਿਹੜਾ ਟਾਈਮ ਇਜ਼ ਮਨੀ ਓਵਰ ਦੇਅਰ ਹਰ ਕੋਈ 1 ਘੰਟਾ ਵੀ ਵੇਸਟ ਨਹੀਂ ਕਰਨਾ ਚਾਹੁੰਦਾ ਸੋ ਜਿਹੜੇ ਲੋਕੀ ਮਿਹਨਤੀ ਆ ਉਹਨਾਂ ਲਈ LMIA ਬੇਸਡ ਵਰਕ ਪਰਮਿਟ ਆ ਜਿਹੜਾ ਲੀਗਲ ਵੇ ਆ ਜਿਹੜੀ ਉਹਨਾਂ ਦੇ ਪਿੱਛੇ ਬੱਚੇ ਆ ਵਾਈਫ ਆ ਉਹ ਜਾ ਸਕਦੇ ਕੋਈ ਇੰਡੀਆ ਰਹਿਣਗੇ ਡੈਫੀਨੇਟਲੀ ਉਹ ਵੀ ਨਾਲ ਹੀ ਜਾਣਗੇ 45 ਡੇਜ਼ ਜਿਹੜਾ ਮੇਨ ਐਪਲੀਕੈਂਟ ਹੈ ਉਹਦੇ ਜਾਣ ਤੋਂ ਬਾਅਦ 45 ਦਿਨਾਂ ਬਾਅਦ ਉਹ ਆਪਣੇ ਬੱਚੇ ਦਾ ਵੀ ਅਪਲਾਈ ਕਰ ਸਕਦਾ ਆ ਆਪਣੇ ਸਪਾਊਸ ਦਾ ਵੀ ਅਪਲਾਈ ਕਰ ਸਕਦਾ ਐਂਡ ਦਿਸ ਵਿਲ ਬੀ ਲੀਗਲ ਐਂਡ ਜਿਹੜਾ ਸਪਾਊਸ ਵੀ ਆ ਉਹ ਜਿੰਨਾ ਮਰਜ਼ੀ ਉੱਥੇ ਕੰਮ ਕਰ ਸਕਦਾ ਉਹਦੇ ਲਈ ਥੋੜਾ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਬਟ ਵੀ ਆਰ देयर ਟੂ ਹੈਲਪ ਪਰ ਉਹਦੇ ਚ ਆਲਸ ਦਾ PR ਦਾ ਕੋਈ ਖਰਚਾ ਨਹੀਂ ਬੰਦਾ 2-2.5 ਲੱਖ ਵਿੱਚ PR ਹੋ ਜਾਂਦਾ ਕੈਨੇਡਾ ਚ ਫੈਮਿਲੀ ਸਮੇਤ ਕਿਉਂਕਿ ਆਪਾਂ ਨੂੰ ਇੰਡੀਆ 'ਚ ਪਤਾ ਕੀ ਸੋਚ ਆ ਜੇ ਪੈਸੇ ਲੱਗੇ ਤੇ ਤਾਂ ਹੀ ਸੱਚ ਆ ਹੁਣ ਆ ਡੋਂਕੀਆਂ ਲਾਉਂਦੇ ਆ 30 ਲੱਖ 40 ਲੱਖ ਉਹ ਸੌਖਾ ਲੱਗਦਾ ਆ ਬਿਕਾਜ਼ ਸਾਨੂੰ ਕੀ ਲੱਗਦਾ ਪੈਸੇ ਲੱਗੇ ਤੇ ਪਹੁੰਚਾਂਗੇ ਸਾਨੂੰ ਘੱਟ ਪੈਸਿਆਂ ਵਾਲੀਆਂ ਚੀਜ਼ਾਂ ਲੱਗਦੀਆਂ ਨਹੀਂ ਹੋ ਹੀ ਨਹੀਂ ਸਕਦਾ ਬਟ ਜੇ ਤੁਹਾਡੇ ਕੋਲ ਟੈਲੈਂਟ ਆ ਉਹ ਤੁਹਾਨੂੰ ਆਪ ਇਨਵਾਈਟ ਕਰ ਰਹੇ ਗਵਰਨਮੈਂਟ ਨੂੰ ਬਹੁਤ ਜ਼ਰੂਰਤ ਆ ਕੈਨੇਡਾ ਇਜ਼ ਦ ਸੈਕੰਡ ਲਾਰਜੈਸਟ ਕੰਟਰੀ ਆਫ ਦ ਵਰਲਡ ਦੀ ਦੂਜੀ ਲਾਰਜੈਸਟ ਕੰਟਰੀ ਆ ਐਂਡ ਉਹਦੀ ਪੋਪੂਲੇਸ਼ਨ ਬਹੁਤ ਘੱਟ ਹੈ ਉਹਨਾਂ ਨੂੰ ਲੋੜ ਆ ਲੇਬਰ ਦੀ ਉਹਨਾਂ ਨੂੰ ਲੋੜ ਹੈ ਸਕਿਲਡ ਵਰਕਰ ਦੀ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਮਿਨਿਸਟਰੀ ਆਫ ਆਇਲਟਸ ਤੇ ਇੱਥੋਂ ਜਿਹੜੇ ਮੈਨੇਜਿੰਗ ਡਾਇਰੈਕਟਰ ਹੈਗੇ ਆ ਸ਼ਿਫਾਲੀ ਛਾਬੜਾ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਾਡੇ ਅੱਜ ਦੇ 3 ਟੌਪਿਕ ਹੋਣਗੇ ਇੱਕ ਹੋਊਗਾ ਆਇਲਟਸ ਦੂਜਾ ਹੋਊਗਾ ਸਪੋਕਨ ਇੰਗਲਿਸ਼ ਤੇ ਤੀਜਾ ਹੋਊਗਾ ਜੇਕਰ ਤੁਸੀਂ ਸਟੱਡੀ ਵੀਜ਼ਾ ਲਵਾ ਕੇ ਜਾ ਸਕਦੇ ਆ ਜਾਂ ਤੁਸੀਂ ਮੈਰਿਜ ਕਰਾ ਕੇ ਜਾ ਸਕਦੇ ਆ ਜਿਹੜੇ ਮਿਡਲ ਏਜ ਹੈਗੇ ਆ ਉਹ ਕਿੱਦਾਂ ਕੈਨੇਡਾ ਜਾ ਸਕਦੇ ਆ LMI ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਮੈਮ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਹੁਣ ਬੱਚਿਆਂ ਨੇ ਐਗਜ਼ਾਮ ਦੇ ਦਿੱਤੇ ਆ +2 ਦੇ ਫ੍ਰੀ ਹੈਗੇ ਤੇ ਉਹ ਸੋਚ ਰਹੇ ਆ ਵੀ ਅਸੀਂ ਆਇਲਟਸ ਕਿੱਥੇ ਕਰੀਏ ਇਸ ਵੇਲੇ ਕਾਫੀ ਬੋਰਡ ਲੱਗੇ ਹੋਏ ਆ ਕਾਫੀ ਐਡਵਰਟਾਈਜ਼ਮੈਂਟਸ ਆ ਰਹੀਆਂ ਜਿਹੜੀ ਮਿਨਿਸਟਰੀ ਆਫ ਆਇਲਟਸ ਹੈਗੀ ਆ ਉਹ ਬਾਕੀਆਂ ਨਾਲੋਂ ਵੱਖਰੇ ਕਿੱਦਾਂ ਹੈਗੇ ਆ ਸਤਿ ਸ਼੍ਰੀ ਅਕਾਲ ਦਿਸ ਇਜ਼ ਸ਼ਿਫਾਲੀ ਛਾਬੜਾ ਐਂਡ ਮੈਂ ਅੱਜ ਦੱਸਣਾ ਚਾਹੁੰਦੀ ਕਿ ਕਿਉਂ ਮਿਨਿਸਟਰੀ ਆਫ ਆਇਲਟਸ ਜਾ ਕੇ ਤੁਸੀਂ ਆਇਲਟਸ ਕਰੋ ਸੀ ਸਭ ਤੋਂ ਪਹਿਲਾਂ ਮੈਂ ਖੁਦ MA BEd ਆ ਮਾਸਟਰਸ ਮੈਂ ਇੰਗਲਿਸ਼ ਦੀ ਕੀਤੀ ਹੋਈ ਆ ਐਂਡ ਇਟਸ ਨਾਟ ਲਾਈਕ ਕਿ +2 ਦੇ ਟੀਚਰਸ ਤੁਹਾਨੂੰ ਇੱਥੇ ਪੜ੍ਹਾ ਰਹੇ ਐਜੂਕੇਟਿਡ ਟੀਚਰਸ ਆ ਐਕਸੈਂਟ ਤੇ ਵਰਕ ਹੁੰਦਾ ਆ ਮੇਨ ਜਿਹੜਾ ਕਿ ਐਕਸੈਂਟ ਬੱਚਿਆਂ ਨੂੰ ਨਹੀਂ ਸਮਝ ਆਉਂਦਾ +2 ਤੱਕ ਇੰਗਲਿਸ਼ ਸਾਰਿਆਂ ਨੇ ਕੀਤੀ ਫਿਰ ਕਿਉਂ ਨਹੀਂ ਸਿੱਧਾ ਹੀ ਆਇਲਟਸ ਦਾ ਪੇਪਰ ਦੇ ਦੇਣ ਬਟ ਐਕਸੈਂਟ ਨਹੀਂ ਸਮਝ ਆਉਂਦਾ ਉਹ ਚੀਜ਼ਾਂ ਤੇ ਫੋਕਸ ਕੀਤਾ ਜਾਂਦਾ ਆ ਕਿੱਦਾਂ ਹਰ ਇੱਕ ਵੀਕ ਸਟੂਡੈਂਟ ਤੇ ਇੱਥੇ ਅਸੀਂ ਵਰਕ ਕਰਦੇ ਆ ਇਹ ਨਹੀਂ ਕਿ ਤੁਸੀਂ 4 ਘੰਟੇ ਦੀ ਕਲਾਸ ਲਾ ਲਈ ਐਂਡ ਇਟਸ ਓਵਰ ਆਫਟਰ ਦੈਟ ਜਿਹੜਾ ਬੱਚਾ ਵੀਕ ਹੈ ਕਈ ਪੰਜਾਬ ਬੋਰਡ ਦੇ ਵੀਕ ਸਟੂਡੈਂਟ ਹੈ ਉਹਨਾਂ ਲਈ ਇੱਕ ਐਕਸਟਰਾ ਕਲਾਸਿਸ ਆ 2 ਬੱਚਿਆਂ ਲਈ ਇੱਕ ਟੀਚਰ ਪ੍ਰੋਵਾਈਡ ਕਰਦੀ ਹਾਂ ਮੈਂ ਇਟਸ ਨਾਟ ਲਾਈਕ ਕਿ ਪੂਰੀ ਕਲਾਸ ਵਿੱਚ ਕਲਾਸ ਸਵੇਰੇ ਲੱਗਦੀ ਹੈ ਐਂਡ ਲੇਟਰ ਔਨ 1 ਘੰਟਾ ਰੋਜ਼ ਜਿਹੜੇ ਵੀਕ ਸਟੂਡੈਂਟ ਆ ਜਿਨ੍ਹਾਂ ਦਾ ਜਿਹੜਾ ਵੀਕ ਏਰੀਆ ਆ ਉੱਥੇ ਵਰਕ ਕੀਤਾ ਜਾਂਦਾ ਆ ਐਂਡ ਡਿਕਟੇਸ਼ਨ ਦੀ ਕਲਾਸਿਸ ਆ ਤੱਕ ਅਸੀਂ ਕਰਦੇ ਹਾਂ ਪੰਜਾਬ ਬੋਰਡ CBSE ਬੋਰਡ 'ਚ ਆਏ ਆ ਅਸੀਂ ਪੇਪਰ ਕਰਦੇ ਹਾਂ ਬਟ ਮੈਂ ਖੁਦ ਟੀਚਰ ਸੀ ਅਸੀਂ ਸਕੂਲ 'ਚ ਇੰਨਾ ਧਿਆਨ ਨਹੀਂ ਦਿੰਦੇ ਸੀਗੇ ਕਿ ਸਪੈਲਿੰਗਸ ਗਲਤ ਆ ਬਟ ਆਇਲਸ ਵਿੱਚ S ਦੀ ਗਲਤੀ ਵੀ ਤੁਹਾਡਾ ਅੱਧਾ ਬੈਂਡ ਰਿਡਿਊਸ ਕਰਵਾ ਸਕਦੀ ਆ ਸੋ ਆਪਾਂ ਇਸ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਦੇ ਹਾਂ ਡਿਕਟੇਸ਼ਨ ਗ੍ਰਾਮਰ ਤੇ ਵੀ ਬਹੁਤ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਬਿਕਾਜ਼ ਬੱਚਿਆਂ ਨੂੰ +2 ਤੱਕ 15 ਸਾਲ ਇੰਗਲਿਸ਼ ਪੜ੍ਹ ਕੇ ਵੀ ਟੈਂਸਸ ਨਹੀਂ ਪ੍ਰੋਪਰ ਹੁੰਦੇ ਸੋ ਇੱਥੇ ਜਿਹੜੇ ਪ੍ਰੋਫੀਸ਼ੀਐਂਟ ਟੀਚਰ ਆ ਉਹਨਾਂ ਦਾ 3 ਸਾਲ ਦਾ ਐਕਸਪੀਰੀਅੰਸ ਹੈ ਜਿਹੜੇ ਤੁਹਾਨੂੰ ਗ੍ਰਾਮਰ ਕਰਵਾਉਂਦੇ ਆ ਮੈਡਮ ਦੋ ਤਰ੍ਹਾਂ ਦੇ ਸਟੂਡੈਂਟ ਹੈਗੇ ਇੱਕ ਤਾਂ ਹੈਗੇ ਕਨਵੈਂਟ ਸਕੂਲ ਵਧੀਆ ਸਕੂਲਾਂ ਵਿੱਚ ਪੜ੍ਹ ਕੇ +2 ਪਾਸ ਕਰਕੇ ਆ ਰਿਹਾ ਇੱਕ ਜਿਹੜੇ ਪੰਜਾਬੀ ਸਕੂਲਾਂ 'ਚ ਖਾਸ ਤੌਰ ਤੇ ਆਪਾਂ ਕਹਿ ਲਈਏ ਵੀ ਪਿੰਡਾਂ ਦੇ ਬੱਚੇ ਹੈਗੇ ਆ ਜਦੋਂ ਕਲਾਸ 'ਚ ਬੈਠਦੇ ਉਹਨਾਂ ਦਾ ਦੋਨਾਂ ਦਾ ਡਿਫਰੈਂਸ ਹੁੰਦਾ ਪੜ੍ਹਨ ਦਾ ਵੀ ਤੇ ਸਿੱਖਣ ਦਾ ਵੀ ਉਹ ਦੋਨਾਂ ਨੂੰ ਕਿਸ ਤਰ੍ਹਾਂ ਤੁਸੀਂ ਗੈਪ ਕਵਰ ਕਰਦੇ ਹੋ ਕਿਉਂਕਿ ਇੱਕ ਥੋੜਾ ਜਿਹਾ ਸਲੋ ਹੁੰਦਾ ਪੜ੍ਹਨ ਦੇ ਵਿੱਚ ਡੈਫੀਨੇਟਲੀ ਹੈਗਾ ਤੇ ਇਦਾਂ ਹੁਣ ਫਰਕ ਤੇ ਬਹੁਤ ਜ਼ਿਆਦਾ ਆ ਕਨਵੈਂਟ ਦਾ ਬੱਚਾ ਤੇ ਪੰਜਾਬ ਬੋਰਡ ਦਾ
ਇੱਥੇ ਅਸੀਂ ਮੋਟੀਵੇਟ ਬੱਚੇ ਨੂੰ, ਪਹਿਲਾਂ ਤੇ ਮੋਟੀਵੇਸ਼ਨ ਦੇ ਨਾਲ ਇੱਕ ਦੂਜੇ ਤੋਂ ਲਰਨ ਕਰਦੇ ਆ ਚੀਜ਼ਾਂ। ਸੈਕੰਡ ਥਿੰਗ ਕੀ ਆ ਕਿ ਜਿਹੜੇ ਵੀਕ ਏਰੀਆਜ਼ ਬੱਚੇ ਦੇ ਆ ਉਹਨਾਂ ਲਈ ਐਕਸਟਰਾ ਕਲਾਸ ਤਾਂ ਹੀ ਆ ਕਿ 2 ਬੱਚਿਆਂ ਨੂੰ ਇੱਕ ਟੀਚਰ ਪੜ੍ਹਾਉਂਦਾ, ਇਹ ਨਹੀਂ ਆ ਕਿ ਪੂਰੀ ਕਲਾਸ ਆ। ਐਕਸਟਰਾ ਤਾਂ ਹੀ ਅਟੈਂਸ਼ਨ ਪ੍ਰੋਵਾਈਡ ਕੀਤੀ ਜਾਂਦੀ ਕਿ ਜਿਹੜਾ ਵੀਕ ਸਟੂਡੈਂਟ ਉਹਨੂੰ ਫੀਲ ਨਾ ਹੋਵੇ ਗਵਰਨਮੈਂਟ ਵਾਲੇ ਨਾਲ ਬੈਠਾ, ਉਹਨੂੰ ਸੇਮ ਫੀਲ ਹੋਵੇ। ਐਕਸਟਰਾ ਕਲਾਸ ਉਹਨੂੰ ਇਹੀ ਕਰਾਇਆ ਜਾਂਦਾ ਆ, ਟਿਊਸ਼ਨ ਦੀ ਤਰ੍ਹਾਂ ਪੜ੍ਹਾਇਆ ਜਾਂਦਾ ਹੈ ਬੇਸਿਕਲੀ, ਕਿ ਜਿੱਦਾਂ ਟਿਊਸ਼ਨ ਇੱਕ ਪੁਆਇੰਟ ਬੱਚਾ ਪੁੱਛ ਸਕਦਾ ਹੈ, ਉਹ ਫੀਲ ਨਾ ਕਰੇ ਕਿ ਹਾਂ ਮੈਂ ਬਾਕੀਆਂ ਨਾਲੋਂ ਘੱਟ ਆ। ਸੋ ਦਿਸ ਇਜ਼ ਹਾਊ ਵੀ ਕਵਰ ਦ ਏਰੀਆਜ਼ ਕਿ ਹਾਂ ਬੱਚੇ ਨੂੰ ਜ਼ਿਆਦਾ ਮੋਟੀਵੇਸ਼ਨ ਮਿਲੇ ਪੜ੍ਹਨ ਦੀ। ਤੁਸੀਂ ਬੱਚੇ ਨੂੰ ਕਲਾਸ 'ਚ ਪੜਾਉਂਦੇ ਹੋ, ਬੱਚਾ ਪੜ੍ਹਦਾ ਵੀ ਹੈਗਾ, ਬੱਚਾ ਕਾਫੀ ਨੇੜੇ ਪਹੁੰਚ ਜਾਂਦਾ ਵਧੀਆ ਐਗਜ਼ਾਮ ਲੈਣ ਲਈ, ਪਰ ਜਦੋਂ ਫਾਈਨਲ ਐਗਜ਼ਾਮ 'ਚ ਬੈਠਦਾ ਹੈਗਾ ਜਾਂ ਤਾਂ ਉਹਨੂੰ ਤਰੀਕਾ ਨਹੀਂ ਪਤਾ ਹੁੰਦਾ ਵੀ ਕਿੱਦਾਂ ਐਗਜ਼ਾਮ ਦੇਣਾ, ਥੋੜਾ ਨਰਵਸ ਹੋ ਜਾਂਦਾ, ਪੜ੍ਹਾਈ ਜ਼ਿਆਦਾ ਕੀਤੀ ਹੁੰਦੀ ਹੈ ਪਰ ਨੰਬਰ ਘੱਟ ਲੈਂਦਾ, ਉਹ ਗੈਪ ਕਿੱਦਾਂ ਦੂਰ ਕਰਦੇ ਆ? ਸੀ +2 ਤੱਕ ਡੈਫੀਨੇਟਲੀ ਬੱਚੇ ਨਾਲ ਹੁੰਦਾ ਹੀ ਇਦਾਂ, ਕਿਉਂਕਿ ਆਪਾਂ ਉਹੀ ਕਲਾਸ ਵਿੱਚ ਪੇਪਰ ਦਿੱਤੇ ਹੁੰਦੇ, ਇੱਕ ਨਵਾਂ ਮਾਹੌਲ, ਆਇਲਸ ਬਹੁਤ ਡਿਫਰੈਂਟ ਚੀਜ਼ ਆ। ਸੋ ਇਹੀ ਮੈਂ ਕਰਦੀ ਹਾਂ, 40 ਡੇਜ਼ ਅਸੀਂ ਕੰਪਲੀਟ ਕੋਰਸ ਕਰਾ ਕੇ ਸਾਰੇ ਫਾਰਮੈਟ ਪ੍ਰੋਵਾਈਡ ਕਰਕੇ ਉਹਨਾਂ ਨੂੰ ਪ੍ਰੈਕਟਿਸ ਕਰਵਾ ਕੇ 10 ਡੇਜ਼ ਲਗਾਤਾਰ ਉਹਨਾਂ ਦਾ ਮੌਕ ਟੈਸਟ ਕਰਵਾਉਂਦੇ ਹਾਂ ਅਸੀਂ ਕਿ ਬੱਚੇ ਦਾ ਜਿਹੜਾ ਪ੍ਰੈਸ਼ਰ ਹੈ ਆਇਲਸ ਦਾ ਆਪਣੇ ਆਪ ਹੀ ਓਵਰਕਮ ਹੋ ਜਾਵੇ। 10 ਦਿਨ ਜਦੋਂ ਲਗਾਤਾਰ ਸੇਮ ਤਰ੍ਹਾਂ ਦਾ ਟੈਸਟ ਦਿੰਦੇ ਆ ਤੇ 11ਵੇਂ ਦਿਨ ਜਦੋਂ ਆਪ ਆਇਲਸ ਦੇ ਐਗਜ਼ਾਮ 'ਚ ਬੈਠਦਾ ਬੱਚਾ, ਤਾਂ ਉਹਨੂੰ ਆਪਣੇ ਆਪ ਲੱਗਦਾ ਕਿ ਇਹ ਤਾਂ ਚੀਜ਼ਾਂ ਮੇਰੇ ਰੋਜ਼ ਦੀਆਂ ਆ, ਨਥਿੰਗ ਇਜ਼ ਨਿਊ। ਸੋ ਇਹੀ ਚੀਜ਼ ਜਿਹੜਾ ਡਰ ਆ ਮੌਕ ਟੈਸਟ ਦਾ, ਆਪਾਂ ਪੂਰੇ 10 ਦਿਨ ਮੌਕ ਟੈਸਟ ਕਰਵਾ ਕੇ ਉਹ ਪ੍ਰੈਸ਼ਰ ਉਹਨਾਂ ਦਾ ਉੱਦਾਂ ਹੀ ਰਿਡਿਊਸ ਕਰਵਾ ਦਿੰਦੇ ਕਿ ਆਇਲਸ ਨੂੰ ਇੰਜੋਏ ਕਰਦੇ ਫਿਰ ਜਾ ਕੇ। ਸੋ ਮੈਮ ਆਇਲਸ 4 ਤਰ੍ਹਾਂ ਦਾ ਹੁੰਦਾ, ਜਿਵੇਂ ਰਾਈਟਿੰਗ ਹੋ ਗਿਆ, ਲਿਸਨਿੰਗ ਹੋ ਗਿਆ, ਸਪੀਕਿੰਗ ਹੋ ਗਿਆ, ਰੀਡਿੰਗ ਹੋ ਗਿਆ ਨਾ, ਇਹਨਾਂ ਚਾਰਾਂ ਨੂੰ ਤੁਸੀਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਡੀਪਲੀ ਸਮਝਾਉਂਦੇ ਹੋ? ਸੀ 4 ਏਰੀਆਜ਼ ਆ, ਹਰ ਇੱਕ ਇੰਸਟੀਚਿਊਟ 'ਚ ਉਹਨਾਂ ਨੂੰ ਚਾਰੋਂ ਏਰੀਆਜ਼ ਪੜ੍ਹਾਏ ਜਾਂਦੇ ਆ। ਇੱਥੇ ਫਰਕ ਕੀ ਆ? ਸਭ ਤੋਂ ਪਹਿਲਾਂ ਜੇ ਰਾਈਟਿੰਗ ਆ, ਰਾਈਟਿੰਗ ਦੇ ਮੇਰੇ ਆਪਣੇ ਫਾਰਮੈਟ ਆ, ਜਿਹੜੇ ਫਾਰਮੈਟ ਨਾਲ ਮੇਰੇ 8 ਬੈਂਡ ਆਏ ਉਹੀ ਫਾਰਮੈਟ ਮੈਂ ਬੱਚਿਆਂ ਨੂੰ ਕਰਾਉਂਦੀ ਆ। ਉਹਨਾਂ ਨੂੰ ਕੰਪਲੀਟ ਟੈਂਪਲੇਟਸ ਇੱਥੇ ਪ੍ਰੋਵਾਈਡ ਹੁੰਦੇ ਆ ਕਿ ਹਾਂ ਕਿਹੜੇ ਟਾਈਪ ਦਾ ਐਸੇ ਆਇਆ, ਉਹਨਾਂ ਨੇ ਕਿੰਨੇ ਪੈਰਾਗ੍ਰਾਫਸ ਲਿਖਣੇ ਆ, ਕਨਕਲੂਜਨ 'ਚ ਕੀ ਲਿਖਣਾ, ਕੰਪਲੈਕਸ ਸੈਂਟੈਂਸ ਬਣਾਉਣੇ, ਕੰਜੰਕਸ਼ਨਸ ਯੂਜ਼ ਕਰਨੀਆਂ, ਪੰਚੁਏਸ਼ਨ, ਇਹ ਸਾਰੇ ਏਰੀਆਜ਼ ਆ। ਸਾਰੇ ਏਰੀਆਜ਼ ਤੇ ਮੈਂ ਇੱਥੇ ਹੀ ਵਰਕ ਕਰਾ ਕੇ ਉਹਨਾਂ ਨੂੰ ਆਪ ਆਪਣੇ ਫਾਰਮੈਟਸ ਦਿੱਤੇ ਆ। ਸੋ ਬੱਚੇ ਲਈ ਉੱਥੇ ਜਾ ਕੇ ਕੁਝ ਟਫ ਨਹੀਂ ਹੁੰਦਾ, ਉਹਨਾਂ ਨੂੰ ਪਤਾ ਇਹ ਤੇ ਮੈਮ ਨੇ ਇੱਦਾਂ ਦਾ ਕਰਾਇਆ ਹੋਇਆ ਹੈ, ਇਹ 'ਚ ਅਸੀਂ ਇੱਦਾਂ ਫਿਲ ਕਰਨਾ ਆ। ਸੋ ਇਹ ਚੀਜ਼ਾਂ ਉਹਨਾਂ ਨੂੰ ਇੱਥੋਂ ਹੀ ਸਮਝਾਈਆਂ ਜਾਂਦੀਆਂ, ਇੱਥੇ ਹੀ ਕਰਾਈਆਂ ਜਾਂਦੀਆਂ। ਜੇ ਰੀਡਿੰਗ ਦੀ ਗੱਲ ਆ, ਰੀਡਿੰਗ ਮੈਂ ਆਪ ਉਹਨਾਂ ਨਾਲ ਬੈਠ ਕੇ ਕਰਦੀ ਹਾਂ। ਬੱਚੇ ਬੈਠੇ ਹੁੰਦੇ ਆ, ਮੈਂ ਉਹਨਾਂ ਦੇ ਪੁਆਇੰਟ ਆਫ ਵਿਊ ਨਾਲ ਸੋਚਦੀ ਹਾਂ ਕਿ ਹਾਂ ਜੇ ਇਹ ਗਲਤ ਆਨਸਰ ਹੈ ਤੇ ਤੁਸੀਂ ਕੀ ਸੋਚ ਕੇ ਗਲਤ ਆਨਸਰ ਕੀਤਾ ਆ, ਜਿਹਦਾ ਆਨਸਰ ਕਰੈਕਟ ਵੀ ਕੀਤਾ ਹੈ ਤੇ ਉਹਦਾ ਆਨਸਰ ਕਿਉਂ ਕਰੈਕਟ ਕੀਤਾ ਹੈ। ਸੋ ਅਸੀਂ ਨਾਲ ਬੈਠ ਕੇ ਉਹਨਾਂ ਦੇ ਰੀਡਿੰਗਸ ਕਰਦੇ ਸੋ ਦੈਟ ਉਹ ਕੰਫਰਟੇਬਲ ਹੋਣ। ਜੇਕਰ ਆਪਾਂ ਤੁਹਾਡੀ ਕਲਾਸ ਦੀ ਗੱਲ ਕਰੀਏ ਤਾਂ ਕਲਾਸ ਦਾ ਕਿੱਦਾਂ ਦਾ ਮਾਹੌਲ ਹੁੰਦਾ? ਕਿਉਂਕਿ ਕਈ ਵੇਲੇ ਤਾਂ ਟੀਚਰਸ ਨਹੀਂ ਪੜ੍ਹਾ ਪਾਉਂਦੇ ਜਾਂ ਬੱਚੇ ਨਹੀਂ ਪੜ੍ਹਦੇ ਜਾਂ ਬੱਚੇ ਫੋਨਾਂ ਤੇ ਲੱਗੇ ਆ, ਕਈ ਵਾਰ ਆਪਾਂ ਇੱਦਾਂ ਦੇਖਦੇ ਹੈਗਾ ਨਾ, ਕਿੰਨੇ ਕੁ ਸਟ੍ਰਿਕਟ ਹੈਗੇ ਆ? ਕਿਉਂਕਿ ਪੇਰੈਂਟਸ ਤਾਂ ਇਸ ਲਈ ਭੇਜਦੇ ਵੀ ਬੱਚਾ ਸਾਡਾ ਕੁਝ ਬਣ ਕੇ ਆਵੇ। ਸੋ ਕਲਾਸ 'ਚ ਕਿੱਦਾਂ ਦਾ ਮਾਹੌਲ ਹੈਗਾ? ਸੀ ਡੈਫੀਨੇਟਲੀ ਨਾ ਤੇ ਟੀਚਰ ਮੋਬਾਈਲ ਲੈ ਕੇ ਜਾ ਸਕਦੇ ਆ, ਨਾ ਹੀ ਸਟੂਡੈਂਟਸ ਕੋ ਮੋਬਾਈਲ ਹੁੰਦੇ ਆ। ਪਹਿਲਾਂ ਹੀ ਡਿਪੋਜ਼ਿਟ ਹੁੰਦੇ ਆ, ਉਹਨਾਂ ਦੀ ਅਟੈਂਡੈਂਸ ਰੋਜ਼ ਹੁੰਦੀ ਆ, ਬਿਕਾਜ਼ ਬੱਚੇ ਆਉਂਦੇ ਆ ਬਾਹਰ ਘੁੰਮਣ ਚਲੇ ਜਾਂਦੇ ਆ, ਉਹਨਾਂ ਨੂੰ ਇਹ ਵੀ ਅਲਾਉਡ ਨਹੀਂ ਆ ਆਉਣ ਵਕਤ ਵੀ ਅਟੈਂਡੈਂਸ ਜਾਂ ਜਾਣ ਵਕਤ ਵੀ ਕਿ ਬੱਚਾ ਇੰਨੀ ਦੇਰ ਸਾਡੇ ਕੋਲ ਇੱਥੇ ਰਿਹਾ ਆ, ਚਾਹੇ ਉਹਨੇ ਐਕਸਟਰਾ ਵੀ ਕਲਾਸ ਲਾਈ ਉਹਦੀ ਵੀ ਰਿਕਾਰਡ ਅਸੀਂ ਰੱਖਦੇ ਹਾਂ। ਸੋ ਪੂਰਾ ਕਲਾਸ 'ਚ 15 ਸਟੂਡੈਂਟਸ ਆ, ਇਹ ਵੀ ਨਹੀਂ ਹੈ ਕਿ 50 ਸਟੂਡੈਂਟ ਆ, ਟੀਚਰ ਨੂੰ ਪਤਾ ਹੀ ਨਹੀਂ ਅੱਧੇ ਬੱਚਿਆਂ ਦਾ। ਸੋ ਹਰ ਇੱਕ ਚੀਜ਼ ਤੇ ਤਾਂ ਹੀ ਫੋਕਸ ਕੀਤਾ ਜਾਂਦਾ ਹੈ ਕਿਉਂਕਿ ਜੇ ਘੱਟ ਸਟਰੈਂਥ ਹੋਵੇ। ਸੋ ਹਰ ਇੱਕ ਏਰੀਆ ਨੂੰ ਮੈਂ ਧਿਆਨ ਨਾਲ, ਜੋ ਚੀਜ਼ਾਂ ਮੈਂ ਫੇਸ ਕੀਤੀਆਂ ਸੀ ਮੈਂ ਹਰ ਇੱਕ ਚੀਜ਼ ਤੇ ਵਰਕ ਕਰਦੀ ਹਾਂ ਕਿ ਨਾ ਮੋਬਾਈਲ ਹੋਣ ਕਲਾਸ ਵਿੱਚ, ਨਾ ਹੀ ਉਹਨਾਂ ਨੂੰ ਇੱਕ ਦੂਜੇ ਤੋਂ ਇੰਟਰਪਸ਼ਨਸ ਹੋਵੇ। ਐਂਡ ਇਹ ਵੀ ਅਲਾਉਡ ਨਹੀਂ ਹੈ ਕਿ ਜੇ ਕਲਾਸ 'ਚ ਰੀਡਿੰਗ ਚੱਲ ਰਹੀ ਆ ਤੇ ਬੱਚਾ ਕੋਈ ਪਾਣੀ ਵੀ ਪੀਣ ਜਾ ਰਿਹਾ। ਸੋ ਇਹ ਮੈਂ ਚਾਹੇ ਕਹੋ ਕਿ ਸਕੂਲ ਵਾਲਾ ਮਾਹੌਲ ਆ, ਬਟ ਐਕਚੁਅਲੀ ਜੇ ਤੁਸੀਂ ਕੁਝ ਕਰਨਾ ਆ ਤਾਂ ਉਹਦੇ ਲਈ ਤੁਹਾਨੂੰ ਐਫਰਟਸ ਪਾਉਣੇ ਹੀ ਪੈਣੇ ਆ। ਇੱਕ ਮੇਰਾ ਹੋਰ ਸਵਾਲ ਸੀਗਾ, ਟਾਈਮਿੰਗ ਕੀ ਹੁੰਦੀ ਕਲਾਸ ਦੀ? ਬੱਚਾ ਕਿੰਨੇ ਘੰਟੇ ਇੱਥੇ ਪੜ੍ਹਦਾ? ਸੀ ਟਾਈਮਿੰਗ ਦੀ ਗੱਲ ਕਰੀਏ 8:30 ਤੋਂ 9:30 ਗ੍ਰਾਮਰ, ਜਿੱਦਾਂ ਮੈਂ ਐਕਸੈਂਟ ਗ੍ਰਾਮਰ ਦੀ ਕਲਾਸ ਕਹੀ ਆ, 8:30 ਤੋਂ 9:30 ਆ। ਉਹ ਬੱਚੇ ਉਹਨਾਂ ਲਈ ਜਿੱਦਾਂ ਪੰਜਾਬ ਬੋਰਡ ਐਂਡ ਆਲ, CBSE ਵਾਲੇ ਕਈ ਬੱਚੇ ਬਹੁਤ ਵਧੀਆ, ਉਹਨਾਂ ਨੂੰ ਫੀਲ ਹੁੰਦਾ ਸਾਨੂੰ ਲੋੜ ਹੀ ਨਹੀਂ ਹੈਗੀ, ਸੋ ਉਹ ਆਪਸ਼ਨਲ ਆ। ਅਦਰਵਾਈਜ਼ 9:30 to 2 o'clock ਪੂਰੀ ਕਲਾਸ ਲੱਗਦੀ ਚਾਰੋਂ ਮੋਡਿਊਲਸ ਦੀ। ਐਂਡ ਆਫਟਰ ਦੈਟ ਈਵਨ ਅਗਰ ਬੱਚਾ ਬੈਠਣਾ ਚਾਹੁੰਦਾ ਆ ਐਂਡ ਟੀਚਰ ਉਹਨੂੰ ਪੂਰੀ ਅਟੈਂਸ਼ਨ ਦੇਊਗੀ, ਇਹ ਨਹੀਂ ਕਿ ਐਕਸਟਰਾ ਉਹ ਬੈਠਿਆ ਆ ਤੇ ਟੀਚਰ ਨੂੰ ਪਤਾ ਹੀ ਨਹੀਂ। ਟੀਚਰ ਵੀ ਪੂਰਾ ਉਹਨਾਂ ਵੱਲ ਧਿਆਨ ਦਿੰਦੇ, 5 ਵਜੇ ਤੱਕ ਬੱਚਾ ਬੈਠ ਸਕਦਾ, ਨੋ ਇਸ਼ੂਜ਼ ਇਨ ਦੈਟ। ਕੋਈ ਬੰਦਿਸ਼ ਨਹੀਂ ਹੈਗੀ ਵੀ ਤੁਹਾਡੀ 4 ਘੰਟੇ ਦੀ ਕਲਾਸ ਹੈ, ਜੇ ਕਿਸੇ ਨੇ ਵੱਧ ਪੜ੍ਹਨਾ ਪੜ੍ਹ ਸਕਦਾ? ਲਿਟਰਲੀ ਜਿੰਨੇ ਟਾਈਮ ਤੱਕ ਉਹ ਬੈਠਣਾ ਚਾਹੁੰਦੇ ਆ ਦੇ ਕੁਡ ਸਿਟ ਓਵਰ।
ਓਕੇ, ਇਹ ਤਾਂ ਮੈਂ ਤੁਹਾਨੂੰ ਪੁੱਛਿਆ ਸੀ ਗਾਇਸ, ਆਪਾਂ ਸਪੋਕਨ ਇੰਗਲਿਸ਼ ਦੀ ਗੱਲ ਕਰਦੇ ਹਾਂ। ਇਸ ਵੇਲੇ ਕਾਫੀ ਇੱਕ ਟ੍ਰੈਂਡ ਚੱਲਦਾ, ਜਿਹੜੇ ਹਾਊਸ ਵਾਈਫ ਹੈਗੇ ਜਾਂ ਜਿਹੜੇ ਮੈਰਿਡ ਮੇਲਸ ਵੀ ਹੈਗੇ ਆ, ਉਹ ਚਾਹੁੰਦੇ ਆ ਵੀ ਅਸੀਂ ਜੇ ਪਹਿਲਾਂ ਨਹੀਂ ਪੜ੍ਹੇ ਹੁਣ ਅਸੀਂ ਇੰਗਲਿਸ਼ ਸਿੱਖ ਲਈਏ। ਸਪੋਕਨ ਇੰਗਲਿਸ਼ ਦੇ ਵਿੱਚ ਕਿੰਨਾ ਕੁ ਇਦਾਂ ਤੁਹਾਨੂੰ ਮਿਲ ਰਿਹਾ ਹੈਗਾ, ਜਿਹੜੇ ਆ ਰਹੇ ਆ ਹਾਊਸ ਵਾਈਫਸ ਆ ਰਹੇ ਆ ਜਾਂ ਜਿਹੜੇ ਸਟੱਡੀ ਕਰਨਾ ਚਾਹੁੰਦੇ ਆ? ਸੀ ਇਹ ਇੱਕ ਤਰ੍ਹਾਂ ਦਾ ਇੱਕ ਮੋਟੀਵੇਸ਼ਨ ਆ ਉਹਨਾਂ ਲਈ। ਮੈਂ ਬਹੁਤ ਚਾਹੁੰਦੀ ਹਾਂ ਮੇਰੇ ਫਰੈਂਡ ਸਰਕਲ 'ਚ ਹੀ ਆ ਕਿ ਹੈ ਨਾ ਬਹੁਤ ਵਧੀਆ ਫੈਮਲੀਜ਼ ਤੋਂ ਆ ਐਂਡ ਇੰਗਲਿਸ਼ ਨਹੀਂ ਆਉਂਦੀ, ਬਿਕਾਜ਼ ਅੱਜ ਕੱਲ੍ਹ ਹੁਣ ਜੇ ਆਪਾਂ DPS ਕੈਂਬਰਿਜ ਦੇਖਦੇ ਆ, ਉੱਥੇ ਹਰ ਟੀਚਰ ਈਵਨ ਪੈਰੈਂਟਸ ਵੀ ਆਉਂਦੇ ਐਜੂਕੇਟਡ ਹੈ ਨਾ, ਬਟ ਸਮ ਆਫ ਦਾ ਹਾਊਸ ਵਾਈਫਸ ਜਿਹੜੀਆਂ ਨਹੀਂ ਪੜ੍ਹੀਆਂ ਲਿਖੀਆਂ ਉਹ ਬਹੁਤ ਜ਼ਿਆਦਾ ਉੱਥੇ ਜਾ ਕੇ ਡਿਸਹਾਰਟਨ ਹੋ ਜਾਂਦੀਆਂ, ਬਿਕਾਜ਼ ਨਹੀਂ ਇੰਟਰੈਕਟ ਕਰ ਪਾਉਂਦੀਆਂ ਟੀਚਰਸ ਨਾਲ। ਬੱਚੇ ਵੀ ਬਹੁਤ ਫੀਲ ਕਰਦੇ ਆ, ਸੋ ਉਹਨਾਂ ਲਈ ਕਲਾਸਿਸ ਸਪੋਕਨ ਦੀਆਂ ਆ, ਸੋ ਦੈਟ ਉਹਨਾਂ ਦਾ ਕੌਨਫੀਡੈਂਸ ਬਿਲਡ ਅਪ ਕੀਤਾ ਜਾਵੇ, ਉਹ ਆਪਣੇ ਬੱਚਿਆਂ ਨੂੰ ਵੀ ਫੀਲ ਕਰਾ ਸਕਣ ਕਿ ਹਾਂ ਉਹ ਵੀ ਉਹਨਾਂ ਲਈ ਐਫਰਟਸ ਕਰ ਰਹੇ ਆ। ਐਂਡ ਉਹਨਾਂ ਲਈ ਆਨਲਾਈਨ ਕਲਾਸਿਸ ਵੀ ਆ, ਕੁਝ ਹਾਊਸ ਵਾਈਫਸ ਨਹੀਂ ਦੱਸਣੀਆਂ ਚਾਹੁੰਦੀਆਂ ਬਿਕਾਜ਼ ਸ਼ੇਮਡ ਫੀਲ ਕਰਦੇ ਆ, ਇਟਸ ਓਕੇ। ਐਂਡ ਉਹਨਾਂ ਲਈ ਆਨਲਾਈਨ ਕਲਾਸਿਸ ਆ, ਸੋ ਦੈਟ ਆਨਲਾਈਨ ਹੀ ਇਕੱਲੇ ਦੀ ਇੱਕ ਜਿੱਦਾਂ 1-to-1 ਕਲਾਸਿਸ ਪ੍ਰੋਵਾਈਡ ਹੁੰਦੀਆਂ, ਸੋ ਦੈਟ ਕਿਸੇ ਨੂੰ ਨਹੀਂ ਵੀ ਦੱਸਣਾ ਚਾਹੁੰਦੇ ਤੇ ਉਹਨਾਂ ਲਈ ਹੈਲਪ ਹੈ ਇੱਕ। ਸੋ ਇਹ ਵੀ ਇੱਕ ਬਹੁਤ ਸੁਨਹਿਰੀ ਮੌਕਾ ਅੱਜ ਦੇ ਟਾਈਮ ਦੇ ਵਿੱਚ ਇੰਗਲਿਸ਼ ਹੋਣਾ ਬਹੁਤ ਜ਼ਰੂਰੀ ਹੈਗਾ। ਤੁਹਾਡੇ ਬੱਚੇ ਪੜ੍ਹਦੇ, ਤੁਸੀਂ ਸਕੂਲਾਂ ਦੇ ਵਿੱਚ ਜਾਂਦੇ ਹੋ, ਤੁਸੀਂ ਚੰਗੇ ਆਫਿਸ ਦੇ ਵਿੱਚ ਜਾਂਦੇ ਹੋ, ਭਾਵੇਂ ਤੁਸੀਂ ਬਾਹਰਲੀਆਂ ਕੰਟਰੀਆਂ 'ਚ ਘੁੰਮਣ ਜਾਂਦੇ ਹੋ, ਤੁਹਾਨੂੰ ਇੰਗਲਿਸ਼ ਦੀ ਲੋੜ ਪੈਂਦੀ ਆ। ਸੋ ਜਿਹੜੇ ਹਾਊਸ ਵਾਈਫ ਹੈਗੇ ਆ ਉਹ ਵੀ ਇੱਥੋਂ ਆ ਕੇ ਇੰਗਲਿਸ਼ ਪੜ੍ਹ ਸਕਦੇ ਆ, ਉਹਨਾਂ ਲਈ ਵੀ ਸਪੈਸ਼ਲ ਟਾਈਮ ਇੱਥੇ ਦਿੱਤਾ ਜਾਂਦਾ। ਇੱਕ ਸਵਾਲ ਹੋਰ ਮੇਰਾ ਹੈਗਾ, ਸਟੱਡੀ ਵੀਜ਼ਾ ਲਵਾ ਕੇ ਬਹੁਤ ਸਾਰੇ ਬੱਚੇ ਜਾ ਰਹੇ ਆ, ਬਹੁਤ ਸਾਰੇ ਬੱਚੇ ਵਿਆਹ ਕਰਾ ਕੇ ਬਾਹਰ ਜਾ ਰਹੇ ਆ। ਜਿਹੜੇ ਮਿਡਲ ਏਜ ਹੈਗੇ ਆ ਉਹ ਕੰਮ ਇੱਥੇ ਕਰ ਰਹੇ ਆ, ਪਰ ਉਹ ਕੈਨੇਡਾ ਜਾਣਾ ਚਾਹੁੰਦੇ ਆ। ਕੋਈ ਲੀਗਲੀ ਤਰੀਕਾ ਹੈਗਾ? ਕਿਉਂਕਿ ਅੱਜ ਕੱਲ੍ਹ ਪਿੰਡਾਂ ਦੀ ਗੱਲ ਕਰ ਲਓ, 25-25 30-30 ਲੱਖ ਰੁਪਈਆ ਡੋਂਕੀ ਲਾ ਕੇ ਦੇਣ ਨੂੰ ਤਿਆਰ ਆ, ਪਰ ਉਹ ਵੀ ਰਸਤੇ ਵਿੱਚ ਉਹਨਾਂ ਨਾਲ ਮਿਸ ਹੈਪਨਿੰਗ ਹੋ ਜਾਂਦੀ ਆ, ਤੇ ਜੇ ਪਹੁੰਚ ਜਾਂਦੇ ਫਿਰ ਉਹਨਾਂ ਨੂੰ ਉੱਥੇ ਵੀ ਹਰਾਸ ਹੋਣਾ ਪੈਂਦਾ। ਕੋਈ ਸਹੀ ਰਸਤਾ ਹੈਗਾ ਕੈਨੇਡਾ ਜਾਣ ਦਾ? ਸੀ ਆਪਾਂ ਹੁਣੇ ਡਿਸਕਸ ਵੀ ਕਰ ਰਹੇ ਸੀ ਕਿ ਸਟੱਡੀ ਵੀਜ਼ਾ ਇੱਕੋ ਹੀ ਵਰਡ ਆ ਬਸ ਇੱਥੇ, ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਇਹੀ ਚੱਲੇ ਜਾਓ ਹੈ ਨਾ। ਉੱਥੇ ਕੈਨੇਡਾ 'ਚ ਉਹਨਾਂ ਨੂੰ ਲੇਬਰ ਮਾਰਕੀਟ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ, ਬਿਕੋਜ਼ ਉਹਨਾਂ ਦੀ ਪੋਪੂਲੇਸ਼ਨ ਜ਼ਿਆਦਾ ਕੀ ਆ, 올ਡ ਏਜ ਆ, ਉਹਨਾਂ ਨੂੰ ਬਹੁਤ ਲੋੜ ਆ। ਹੁਣ ਤਾਂ ਹੀ ਉਹਨਾਂ ਨੇ ਸਟੱਡੀ ਵੀਜ਼ਾ ਵਾਲਿਆਂ ਨੇ ਵੀ ਉੱਥੇ ਜਿੰਨਾ ਮਰਜ਼ੀ ਕੰਮ ਕਰੋ ਉਹਨਾਂ ਨੇ ਲੀਗਲ ਕਰਤਾ। ਸੋ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੀ ਕਦਰ ਆ ਕੈਨੇਡਾ 'ਚ। ਹੁਣ ਮੈਂ ਵੀ ਗਈ ਹਾਂ ਉੱਥੇ, ਮੈਨੂੰ ਮੈਂ ਦੇਖਿਆ ਹੈ ਕਿ ਜਿਹੜਾ ਟਾਈਮ ਇਜ਼ ਮਨੀ ਓਵਰ ਦੇਅਰ, ਹਰ ਕੋਈ 1 ਘੰਟਾ ਵੀ ਵੇਸਟ ਨਹੀਂ ਕਰਨਾ ਚਾਹੁੰਦਾ। ਸੋ ਜਿਹੜੇ ਲੋਕੀ ਮਿਹਨਤੀ ਆ ਉਹਨਾਂ ਲਈ LMIA ਬੇਸਡ ਵਰਕ ਪਰਮਿਟ ਆ, ਜਿਹੜਾ ਲੀਗਲ ਵੇ ਆ। ਇੱਥੇ ਲੋਕਾਂ ਨੂੰ ਪਤਾ ਨਹੀਂ, ਲੋਕਾਂ ਨੂੰ ਲੱਗਦਾ ਕਿ ਨਹੀਂ ਇੱਕ ਟੂਰਿਸਟ ਵੀਜ਼ਾ ਹੀ ਵੇ ਆ, ਬਟ ਉਹਨਾਂ ਨੇ LMIA ਮਤਲਬ ਲੇਬਰ ਮਾਰਕੀਟ ਆ, ਉਹਦੇ ਵਿੱਚ ਉਹ ਇਨਵਾਈਟ ਕਰਦੇ ਆ ਖੁਦ ਲੋਕਾਂ ਨੂੰ ਕਿ ਆਓ ਸਾਡੇ ਕੋਲ ਕੰਮ ਕਰੋ। ਐਂਡ ਅਸੀਂ ਕੀ ਕਰਦੇ, LMIA ਉੱਥੋਂ ਪ੍ਰੋਵਾਈਡ ਕਰਵਾਉਂਦੇ ਆ। ਜਿੱਦਾਂ ਇੱਥੇ ਵੀ ਤੁਹਾਨੂੰ ਜੌਬ ਆਫਰ ਮਿਲਦੀ ਆ, ਉੱਥੇ ਕੈਨੇਡਾ ਤੋਂ ਜੌਬ ਆਫਰ ਪ੍ਰੋਵਾਈਡ ਕੀਤੀ ਜਾਂਦੀ ਆ। ਤੁਹਾਨੂੰ +2 ਕੀਤਾ ਹੋਣਾ ਚਾਹੀਦਾ, ਤੁਹਾਡੀ ਸੈਲਰੀ ਅਕਾਊਂਟ 'ਚ ਆਉਣੀ ਚਾਹੀਦੀ ਹੈ 3 ਮਹੀਨਿਆਂ ਦੀ, ਚਾਹੇ ਤੁਸੀਂ ਪਲੰਬਰ ਹੋ, ਚਾਹੇ ਤੁਸੀਂ ਟੈਕਨੀਸ਼ੀਅਨ ਹੋ, ਕੁਝ ਵੀ ਤੁਹਾਡੀ ਜੌਬ, ਇਟਸ ਨਾਟ ਲਾਈਕ ਕਿ ਵਾਈਟ ਕਾਲਰ ਜੌਬ ਹੋਵੇ, ਕੋਈ ਵੀ ਤਰ੍ਹਾਂ ਦੀ ਜੌਬ ਹੈ, ਚਾਹੇ ਤੁਸੀਂ ਬੈਂਕ 'ਚ ਲੱਗੇ ਆ, ਚਾਹੇ ਤੁਸੀਂ ਕੋਈ ਵੀ ਕੁਕਰੀ, ਕੋਈ ਰੈਸਟੋਰੈਂਟ 'ਚ ਵੀ ਕੰਮ ਕਰਦੇ ਆ, ਤਾਂ ਉਹਦੇ ਰਿਲੇਟਡ ਤੁਹਾਨੂੰ ਜੌਬ ਆਫਰ ਕੈਨੇਡਾ ਤੋਂ ਪ੍ਰੋਵਾਈਡ ਹੁੰਦੀ ਆ। ਐਂਡ ਇੱਥੇ ਤੁਸੀਂ ਕੀ ਕਰਨਾ ਹੈ, ਸਿਰਫ +2 ਐਂਡ ਤੁਹਾਡੇ ਕੋਲ ਕੀ ਹੋਣਾ ਚਾਹੀਦਾ, 3 ਮਹੀਨਿਆਂ ਦੀ ਤੁਹਾਡੀ ਸੈਲਰੀ ਅਕਾਊਂਟ 'ਚ ਆਉਣੀ ਹੋਣੀ ਚਾਹੀਦੀ ਹੈ, ਦੈਟਸ ਆਲ। ਐਂਡ ਤੁਸੀਂ ਅਪਲਾਈ ਕਰ ਸਕਦੇ LMIA ਬੇਸਡ ਵਰਕ ਪਰਮਿਟ, ਐਂਡ ਦਿਸ ਇਜ਼ ਲੀਗਲ। ਇਹਦੇ ਲਈ ਜੇ ਤੁਹਾਨੂੰ ਕੋਈ ਡਾਊਟ ਵੀ ਹੋਊਗਾ ਤੁਸੀਂ ਆਨਲਾਈਨ ਚੈੱਕ ਕਰਵਾ ਸਕਦੇ ਆ, ਕੋਈ ਵੀ ਇੱਦਾਂ ਦਾ ਇਲੀਗਲ ਕੰਮ ਨਹੀਂ ਹੋਊਗਾ, ਬਿਕਾਜ਼ ਪਹਿਲੇ ਦਿਨ ਤੇ ਬੰਦਾ ਜਦੋਂ ਐਂਟਰ ਹੁੰਦਾ ਕੈਨੇਡਾ ਉਹ ਲੀਗਲੀ ਹੈਗਾ। ਹਾਂਜੀ, ਲੀਗਲੀ ਉਹਨੂੰ ਵਰਕ ਪਰਮਿਟ ਮਿਲੂਗਾ ਐਂਡ ਉਹਨੂੰ ਉਸ ਤੋਂ ਬਾਅਦ ਆਪਾਂ PR 'ਚ ਕਨਵਰਟ ਕਰਵਾਉਂਦੇ ਹਾਂ। ਜਿਹੜੀ ਉਹਨਾਂ ਦੇ ਪਿੱਛੇ ਬੱਚੇ ਆ, ਵਾਈਫ ਆ, ਉਹ ਜਾ ਸਕਦੇ, ਕੋਈ ਇੰਡੀਆ ਰਹਿਣਗੇ? ਡੈਫੀਨੇਟਲੀ ਉਹ ਵੀ ਨਾਲ ਹੀ ਜਾਣਗੇ। 45 ਡੇਜ਼ ਜਿਹੜਾ ਮੇਨ ਐਪਲੀਕੈਂਟ ਹੈ ਉਹਦੇ ਜਾਣ ਤੋਂ ਬਾਅਦ 45 ਦਿਨਾਂ ਬਾਅਦ ਉਹ ਆਪਣੇ ਬੱਚੇ ਦਾ ਵੀ ਅਪਲਾਈ ਕਰ ਸਕਦਾ ਆ, ਆਪਣੇ ਸਪਾਊਸ ਦਾ ਵੀ ਅਪਲਾਈ ਕਰ ਸਕਦਾ, ਐਂਡ ਦਿਸ ਵਿਲ ਬੀ ਲੀਗਲ। ਐਂਡ ਜਿਹੜਾ ਸਪਾਊਸ ਵੀ ਆ ਉਹ ਜਿੰਨਾ ਮਰਜ਼ੀ ਉੱਥੇ ਕੰਮ ਕਰ ਸਕਦਾ। ਤੇ ਜਿਹੜਾ ਬੱਚੇ ਦੀ ਪੜ੍ਹਾਈ ਦਾ ਖਰਚਾ ਬੱਚਾ ਪੜ੍ਹ ਸਕਦਾ ਉੱਥੇ? ਹਾਂਜੀ, ਉਹਦਾ ਨਾਲ ਹੀ ਸਟੱਡੀ, ਉੱਥੇ 18 ਸਾਲ ਤੱਕ ਐਜੂਕੇਸ਼ਨ ਇਜ਼ ਫ੍ਰੀ, ਉਹ ਆਪਣੀ ਕਨਵਰਟ ਕਰਵਾ ਸਕਦਾ ਜਾ ਕੇ, ਉਹਦਾ ਵੀ ਕੋਈ ਖਰਚਾ ਨਹੀਂ। ਐਂਡ ਆਈ ਵਿਲ ਹੈਲਪ। ਇਹ ਨਹੀਂ ਹੈ ਕਿ ਅਸੀਂ ਤੁਹਾਨੂੰ ਵਰਕ ਪਰਮਿਟ ਦਵਾਤਾ ਐਂਡ ਆਲ, ਜਦੋਂ ਤੱਕ ਤੁਹਾਡੀ PR ਨਹੀਂ ਹੁੰਦੀ ਵੀ ਆਰ ਦੇਅਰ ਟੂ ਹੈਲਪ। ਅੱਛਾ, ਇਹਦੇ ਵਿੱਚ ਤੁਸੀਂ PR ਵੀ ਉੱਥੇ ਲੈ ਸਕਦੇ ਹੋ? ਰਾਈਟ, PR ਵੀ ਇਹਦੇ ਬੇਸ ਤੇ ਹੀ ਹੋਊਗੀ। ਆਈ ਆਲਰੇਡੀ ਟੋਲਡ ਯੂ ਕਿ ਉੱਥੇ ਉਹਨਾਂ ਨੂੰ ਲੇਬਰ ਮਾਰਕੀਟ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ, ਪਰ ਆਪਣੇ ਇੱਥੇ ਟ੍ਰੈਂਡ ਕੀ ਚੱਲ ਰਿਹਾ ਜਿਹਦਾ ਭੇਟ ਜਾ ਲਿਆ ਕਿ ਸਾਡੇ ਸਟੱਡੀ ਵੀਜ਼ਾ ਵਰਕ ਪਰਮਿਟ ਦਾ ਪਤਾ ਹੀ ਨਹੀਂ ਆ। LMIA ਬੇਸਡ ਵਰਕ ਪਰਮਿਟ, ਜੇ ਨੈਟ ਤੇ ਵੀ ਤੁਸੀਂ ਸਰਚ ਕਰੋਗੇ ਤੁਹਾਨੂੰ ਈਜ਼ੀਲੀ ਮਿਲ ਜੂਗਾ ਕਿ ਇਹਨਾਂ ਦੇ ਵਿਜ਼ਟਰ ਵੀਜ਼ਾ ਲੱਗੇ ਆ ਜਾਂ ਜਿਹੜੇ ਆਲਰੇਡੀ ਗਏ ਆ ਜਾਂ ਜਿਹੜੇ ਜਾਣਾ ਚਾਹੁੰਦੇ ਆ ਉਹ ਵੀ ਕਨਵਰਟ ਕਰਾ ਸਕਦੇ LMI? ਡੈਫੀਨੇਟਲੀ ਉਹਨਾਂ ਨੇ ਬਹੁਤ ਵਧੀਆ ਹੁਣ ਮੌਕਾ ਦਿੱਤਾ ਕੈਨੇਡੀਅਨ ਗਵਰਨਮੈਂਟ ਨੇ ਕਿ ਜੇ ਤੁਸੀਂ ਟੂਰਿਸਟ ਵੀਜ਼ਾ ਤੇ ਆ, ਉੱਥੇ ਤੁਸੀਂ ਇਨ 1 ਡੇ ਯੂ ਕੈਨ ਕਨਵਰਟ ਯੋਰ ਵੀਜ਼ਾ। ਇੱਕ ਦਿਨ 'ਚ ਤੁਸੀਂ ਆਪਣਾ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ 'ਚ ਕਨਵਰਟ ਕਰਵਾ ਸਕਦੇ ਆ।
ਇਹ ਬਹੁਤ ਸੁਨਹਿਰੀ ਮੌਕਾ ਆ, ਜਿਹੜੇ ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰ ਜਾਣਾ ਚਾਹੁੰਦੇ ਆ ਕੈਨੇਡਾ ਨੂੰ, ਜਿਹੜੇ ਚਾਹੁੰਦੇ ਆ ਵੀ ਅਸੀਂ ਜਾਈਏ ਵੀ ਸਹੀ ਤਰੀਕੇ ਨਾਲ, ਸਾਡੇ ਪੈਸੇ ਵੀ ਨਾ ਜ਼ਿਆਦਾ ਲੱਗਣ ਤੇ ਤੁਸੀਂ ਬਹੁਤ ਜਾਇਜ਼ ਪੈਸਿਆਂ ਦੇ ਵਿੱਚ ਕੈਨੇਡਾ ਜਾ ਸਕਦੇ ਹੋ। ਪਹਿਲਾਂ ਤੁਸੀਂ ਆਪ ਕੈਨੇਡਾ ਜਾਓਗੇ, ਹਸਬੈਂਡ ਜਾਂ ਵਾਈਫ, ਉਸ ਤੋਂ ਬਾਅਦ 45 ਦਿਨਾਂ ਦੇ ਵਿੱਚ ਤੁਸੀਂ ਆਪਣੀ ਪੂਰੀ ਫੈਮਿਲੀ ਨੂੰ ਕੈਨੇਡਾ ਲੈ ਕੇ ਜਾ ਸਕਦੇ ਆ ਇੱਕ ਨੰਬਰ ਦੇ ਵਿੱਚ। ਉਸ ਤੋਂ ਬਾਅਦ ਤੁਹਾਡੀ ਵਾਈਫ ਵੀ ਕੰਮ ਕਰ ਸਕਦੀ ਆ, ਤੁਹਾਡਾ ਬੱਚਾ ਉੱਥੇ ਫ੍ਰੀ ਪੜ੍ਹ ਸਕਦਾ, ਕੁਝ ਟਾਈਮ ਦੇ ਬਾਅਦ PR ਵੀ ਹੋ ਜਾਂਦੇ ਹੈਗੇ ਆ। ਇਹ ਤਾਂ ਇੱਕ ਬੜਾ ਸੁਨਹਿਰੀ ਮੌਕਾ ਜੀ ਲੋਕਾਂ ਲਈ। ਲਿਟਰਲੀ ਮੈਂ ਤਾਂ ਹੀ ਕਿ ਲੋਕਾਂ ਨੂੰ ਇਨਫੋਰਮੇਸ਼ਨ ਸਿਰਫ ਕਾਦੀ ਹੈ ਸਟੱਡੀ ਵੀਜ਼ਾ ਦੀ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਗਵਰਨਮੈਂਟ ਨੇ ਉੱਥੇ ਉਹ ਸਕੀਮਸ ਲਾਂਚ ਕਰਦੇ ਹੀ ਰਹਿੰਦੇ। ਸਾਨੂੰ ਇੱਥੇ ਨਹੀਂ ਪਤਾ ਬਿਕਾਜ਼ ਉੱਥੇ ਮੇਰਾ ਕਨੈਕਸ਼ਨ ਕਿੰਨਾ ਨਾ RCIC ਮੈਂਬਰਸ ਨਾਲ ਆ, ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਇਹਨਾਂ ਚੀਜ਼ਾਂ ਦੀ ਹੈਗੀ ਕਿ ਕਿਹੜੇ ਕਿਹੜੇ ਨਵੀਂ ਸਕੀਮਸ ਆ। ਸੋ ਦੇਰ ਆਰ ਮੈਨੀ ਥਿੰਗਸ ਕਿ ਗਵਰਨਮੈਂਟ ਤੁਹਾਨੂੰ ਇਨਵਾਈਟ ਕਰ ਰਹੀ ਆ। ਫੈਡਰਲ ਸਕੀਮ ਐਕਸਪ੍ਰੈਸ ਐਂਟਰੀ, ਜੇ ਤੁਸੀਂ ਪੜ੍ਹੇ ਲਿਖੇ ਆ ਤੁਸੀਂ ਐਕਸਪ੍ਰੈਸ ਐਂਟਰੀ ਦੇ ਥਰੂ ਉਹਨਾਂ ਨੇ ਡਰਾਅ ਕੱਢਦੇ ਆ, ਗਵਰਨਮੈਂਟ ਮਹੀਨੇ 'ਚ 2 ਡਰਾਅ ਕੱਢਦੀ ਹੈ ਜਿੱਦਾਂ ਲੋਟਰੀ, ਕਿ ਉਹਦੇ ਬੇਸ ਤੇ ਤੁਸੀਂ ਆਪਣਾ PR ਲਗਵਾਓ। ਮੇਰੀ ਵੀ ਇਸੇ ਤਰ੍ਹਾਂ ਲੱਗੀ ਸੀਗੀ ਕਿ ਹਾਂ ਉਹ ਐਕਸਪ੍ਰੈਸ ਐਂਟਰੀ ਦੇ ਥਰੂ ਤੁਹਾਡਾ ਡਰਾਅ ਕੱਢਦੇ ਆ। ਜੇ ਤੁਸੀਂ ਐਲੀਜੀਬਲ ਹੈਗੇ, ਪੜ੍ਹੇ ਲਿਖੇ ਹੈਗੇ ਆ, ਉਹਨਾਂ ਲਈ ਤਾਂ ਹੋਰ ਵੀ ਸਸਤਾ, ਇਹ 'ਚ ਕੋਈ ਖਰਚਾ ਨਹੀਂ ਹੈ। ਇਹਦੇ ਵਿੱਚ ਆਇਲਟਸ ਜ਼ਰੂਰੀ ਹੈ ਕਿ ਨਹੀਂ? ਹਾਂਜੀ, ਆਇਲਸ ਜ਼ਰੂਰੀ ਹੈ। ਐਕਸਪ੍ਰੈਸ ਐਂਟਰੀ 'ਚ ਆਇਲਸ ਜ਼ਰੂਰੀ 8777 ਐਂਡ 8777 ਹਾਰਡ ਆ। ਮੈਂ ਆਪ ਖੁਦ ਟੀਚ ਕਰਵਾਉਂਦੀ 8777 ਵਾਲਿਆਂ ਨੂੰ, ਮੇਰੇ 2 ਵੀ 8777 ਆ। ਸੋ ਉਹਦੇ ਲਈ ਕੀ, ਉਹਦੇ ਲਈ ਥੋੜਾ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਬਟ ਵੀ ਆਰ ਦੇयर ਟੂ ਹੈਲਪ। ਪਰ ਉਹਦੇ 'ਚ ਆਇਲਸ ਦਾ PR ਦਾ ਕੋਈ ਖਰਚਾ ਨਹੀਂ ਹੈ। ਬੰਦਾ 2-2.5 ਲੱਖ ਵਿੱਚ PR ਹੋ ਜਾਂਦਾ ਕੈਨੇਡਾ 'ਚ ਫੈਮਿਲੀ ਸਮੇਤ, ਐਂਡ ਦਿਸ ਇਜ਼ ਟਰੂਥ। ਤੁਸੀਂ ਇਹ ਵੀ ਚੀਜ਼ ਨੈਟ ਤੇ ਚੈੱਕ ਕਰ ਸਕਦੇ, ਐਕਸਪ੍ਰੈਸ ਐਂਟਰੀ 2-2.5 ਲੱਖ ਵਿੱਚ ਤੁਸੀਂ ਪੂਰਾ ਆਪਣੇ ਕੈਨੇਡਾ PR। ਲੋਕ ਤੁਹਾਡੇ ਤੇ ਟਰਸਟ ਕਰਦੇ ਆ ਕਿਉਂਕਿ ਇਹ ਤੁਸੀਂ ਬਹੁਤ ਸੌਖਾ ਸਰਲ ਥੋੜੇ ਪੈਸਿਆਂ 'ਚ ਤਰੀਕਾ ਦੱਸ ਰਹੇ ਹੋ ਕੈਨੇਡਾ ਜਾਣ ਦਾ। ਤੁਸੀਂ ਕਿੱਥੇ ਤੱਕ ਜ਼ਿੰਮੇਵਾਰੀ ਚੱਕਦੇ ਹੋ? ਸੀ ਮੈਂ ਤੁਹਾਨੂੰ ਕਿਹਾ, ਮੈਂ ਸਾਰਾ ਕੁਝ ਲੀਗਲ ਆ। ਜੇ ਤੁਹਾਨੂੰ ਲੱਗਦਾ ਨਾ ਕਿ ਹਾਂ LMA ਬੇਸਡ ਜਾਂ ਐਕਸਪ੍ਰੈਸ ਐਂਟਰੀ ਚੀਜ਼ਾਂ ਗਲਤ ਆ, ਕਿਉਂਕਿ ਆਪਾਂ ਨੂੰ ਇੰਡੀਆ 'ਚ ਪਤਾ ਕੀ ਸੋਚ ਆ, ਜੇ ਪੈਸੇ ਲੱਗੇ ਤੇ ਤਾਂ ਹੀ ਸੱਚ ਆ। ਹੁਣ ਆ ਡੋਂਕੀਆਂ ਲਾਉਂਦੇ ਆ 30-30 ਲੱਖ 40-40 ਲੱਖ, ਉਹ ਸੌਖਾ ਲੱਗਦਾ ਆ ਬਿਕਾਜ਼ ਸਾਨੂੰ ਕੀ ਲੱਗਦਾ ਪੈਸੇ ਲੱਗੇ ਤੇ ਪਹੁੰਚਾਂਗੇ। ਸਾਨੂੰ ਘੱਟ ਪੈਸਿਆਂ ਵਾਲੀਆਂ ਚੀਜ਼ਾਂ ਲੱਗਦੀਆਂ, ਨਹੀਂ ਨਹੀਂ ਇਹ ਹੋ ਹੀ ਨਹੀਂ ਸਕਦਾ। ਬਟ ਜੇ ਤੁਹਾਡੇ ਕੋਲ ਟੈਲੈਂਟ ਆ, ਉਹ ਤੁਹਾਨੂੰ ਆਪ ਇਨਵਾਈਟ ਕਰ ਰਹੇ। ਗਵਰਨਮੈਂਟ ਨੂੰ ਬਹੁਤ ਜ਼ਰੂਰਤ ਆ। ਕੈਨੇਡਾ ਇਜ਼ ਦ ਸੈਕੰਡ ਲਾਰਜੈਸਟ ਕੰਟਰੀ ਆਫ ਦ ਵਰਲਡ ਦੀ ਦੂਜੀ ਲਾਰਜੈਸਟ ਕੰਟਰੀ ਆ, ਐਂਡ ਉਹਦੀ ਪੋਪੂਲੇਸ਼ਨ ਬਹੁਤ ਘੱਟ। ਉਹਨਾਂ ਨੂੰ ਲੋੜ ਆ ਲੇਬਰ ਦੀ, ਉਹਨਾਂ ਨੂੰ ਲੋੜ ਹੈ ਸਕਿਲਡ ਵਰਕਰ ਦੀ। ਜੇ ਤੁਹਾਡੇ ਕੋਲ ਟੈਲੈਂਟ ਹੈਗਾ ਹੈ, ਤੁਹਾਡੇ ਟੈਲੈਂਟ ਦੀ ਉੱਤੇ ਕਦਰ ਹੈ। ਬਸ ਇਹ ਆਪਾਂ ਅੰਡਰ ਐਸਟੀਮੇਟ ਕੀਤਾ ਹੋਇਆ ਕਿ ਨਹੀਂ ਪੈਸੇ ਲੱਗਣਗੇ ਜ਼ਿਆਦਾ ਤੇ ਤਾਂ ਹੀ ਕੁਝ ਹੋਣਾ, ਨਹੀਂ ਤਾਂ ਨਹੀਂ। ਪਰ ਉਹਨਾਂ ਨੂੰ ਤੁਸੀਂ ਲੀਗਲ ਵੇ ਨਾਲ LMA ਬੇਸਡ ਪੜ੍ਹੋ, ਐਕਸਪ੍ਰੈਸ ਐਂਟਰੀ ਪੜ੍ਹੋ, ਤੁਹਾਨੂੰ ਆਪ ਹੀ ਪਤਾ ਚੱਲ ਜਾਊਗਾ ਕਿ ਲੀਗਲ ਚੀਜ਼ਾਂ ਕਿ ਇਲੀਗਲ ਚੀਜ਼ਾਂ। ਸੋ ਹੁਣ ਤੁਹਾਨੂੰ ਡੋਂਕੀ ਲਾਉਣ ਦੀ ਲੋੜ ਨਹੀਂ, ਹੁਣ ਤੁਹਾਨੂੰ ਗਲਤ ਤਰੀਕੇ ਨਾਲ ਕੈਨੇਡਾ ਜਾਣ ਦੀ ਲੋੜ ਨਹੀਂ, ਹੁਣ ਏਜੰਟਾਂ ਦੇ ਕੋਲ 40-40 50-50 ਲੱਖ ਰੁਪਈਆ ਫਸਾਉਣ ਦੀ ਲੋੜ ਨਹੀਂ। ਹੁਣ ਤੁਸੀਂ ਸੌਖੇ ਤੇ ਸਰਲ ਤਰੀਕੇ ਦੇ ਨਾਲ ਕੈਨੇਡਾ ਜਾ ਸਕਦੇ ਆ। LMI ਰਾਹੀਂ ਤੁਸੀਂ ਉੱਥੇ ਵੀਜ਼ਾ ਲਾ ਕੇ ਵਰਕ ਪਰਮਿਟ ਲੈ ਸਕਦੇ ਆ। 45 ਤੋਂ 50 ਦਿਨਾਂ ਬਾਅਦ ਆਪਣੇ ਪੂਰੇ ਪਰਿਵਾਰ ਨੂੰ, ਬੱਚਿਆਂ ਨੂੰ ਤੇ ਵਾਈਫ ਨੂੰ ਮੰਗਾ ਸਕਦੇ ਆ, ਉਹ ਵੀ ਉੱਥੇ ਕੰਮ ਕਰ ਸਕਦੇ ਆ, ਫ੍ਰੀ ਪੜ੍ਹ ਸਕਦੇ ਆ। ਜਿਵੇਂ ਪਹਿਲਾਂ ਉੱਥੇ ਦੇ ਸਿਟੀਜ਼ਨ ਆ ਜਿਹੜੇ ਉੱਥੇ ਲੋਕ ਜੰਮੇ ਪਲਿਆ, ਤੁਹਾਨੂੰ ਉੱਦਾਂ ਦੇ ਹੱਕ ਉੱਥੇ ਪੂਰੇ ਮਿਲਦੇ ਹੈਗੇ। ਜੇ ਤੁਸੀਂ ਵੀ ਚਾਹੁੰਦੇ ਆ ਵੀ ਇਸ ਰਸਤੇ ਰਾਹੀਂ ਜਾਣਾ ਚਾਹੁੰਦੇ ਤਾਂ ਨੰਬਰ ਸਾਡੀ ਸਕਰੀਨ ਤੇ ਆ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ। ਸੋ ਲਾਸਟ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਆ? ਜਸਟ ਲਾਸਟ ਥਿੰਗ, ਮੈਂ ਕੋਈ ਆਫਰਸ ਦੇ ਨਹੀਂ ਹੈਗੀ ਕਿ ਆਓ ਮੈਂ 50% ਐਂਡ ਆਲ, ਬਟ ਲਿਟਰਲੀ ਮੈਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ 3rd ਅਟੈਂਪਟ ਹੈ, ਮੈਂ ਦੇਖਿਆ ਬੱਚੇ 4-4 ਸਾਲ ਉਹਨੇ 'ਚ ਡਿਗਰੀ ਹੋ ਜਾਂਦੀ ਜਿੰਨੇ 'ਚ ਉਹਨਾਂ ਦਾ ਆਇਲਸ ਵੀ ਨਹੀਂ ਹੁੰਦਾ। ਸੋ ਉਹਨਾਂ ਬੱਚਿਆਂ ਲਈ ਜਿਹੜੇ 3rd ਅਟੈਂਪਟ ਹੈ, ਜਿਨ੍ਹਾਂ ਦਾ ਤੀਜੀ ਵਾਰੀ ਆਇਲਸ ਹੈ, ਆਪਣੇ 2 ਵਾਰ ਦੇ ਰਿਜ਼ਲਟ ਦਿਖਾ ਕੇ 3rd ਟਾਈਮ ਜੇ ਇੱਥੇ ਕਰਨਾ ਚਾਹੁੰਦੇ ਆ, ਉਹਨਾਂ ਲਈ 50% ਆ। ਉਹ ਮੇਰੇ ਵੱਲੋਂ ਇੱਕ ਤਰ੍ਹਾਂ ਦਾ ਕਹੋ ਕਿ ਕੋਸ਼ਿਸ਼ ਆ ਉਹਨਾਂ ਬੱਚਿਆਂ ਲਈ ਕਿ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਬਟ ਹੁਣ ਪੈਸੇ ਖਰਚ ਕੇ ਥੱਕ ਚੁੱਕੇ ਆ। ਸੋ ਜਸਟ ਉਹਨਾਂ ਲਈ 50% ਆ ਮੇਰੀ ਫੀਸ ਉਹਨਾਂ ਲਈ, ਸੋ ਦੈਟ ਮੈਂ ਉਹਨਾਂ ਨੂੰ ਮੋਟੀਵੇਟ ਕਰ ਸਕਾਂ ਕਿ ਹਾਂ ਆਇਲਸ ਕਰਨਾ ਇਜ਼ ਨੋਟ ਦੈਟ। ਸੋ ਕਿਉਂਕਿ ਜਦੋਂ ਤੁਸੀਂ ਗਲਤ ਚਲੇ ਜਾਂਦੇ ਹੋ ਆਇਲਟ ਸੈਂਟਰਾਂ ਦੇ ਵਿੱਚ, ਤੁਸੀਂ ਉੱਥੇ ਆਪਣਾ ਨੁਕਸਾਨ ਕਰਦੇ ਹੋ। ਗਲਤ ਮੀਨਸ ਜਿੱਥੇ ਤੁਹਾਨੂੰ 5 ਬੈਂਡ ਵਾਲੇ 5.5 ਬੈਂਡ ਵਾਲੇ ਟੀਚਰ ਤੁਹਾਨੂੰ ਪੜ੍ਹਾਉਣਗੇ ਤਾਂ ਤੁਸੀਂ ਮੈਨੂੰ ਲੱਗਦਾ ਪੜ੍ਹ ਨਹੀਂ ਸਕੋਗੇ। ਇੱਥੇ ਤੁਹਾਨੂੰ ਵੈਲ ਕੁਆਲੀਫਾਈਡ 7 ਬੈਂਡ 8 ਬੈਂਡ ਵਾਲੇ ਟੀਚਰ ਪੜ੍ਹਾਉਂਦੇ ਹੈਗੇ ਆ। ਤੇ ਇੱਕ ਬੈਸਟ ਆਫਰ ਤੁਹਾਨੂੰ ਦੇਤੀ ਆ, ਜੇ ਤੁਸੀਂ 3 ਵਾਰੀ 4 ਵਾਰੀ ਆਇਲਟਸ ਕਰ ਚੁੱਕੇ ਆ, ਤੁਹਾਡਾ ਆਇਲਟਸ ਕੰਪਲੀਟ ਨਹੀਂ ਹੋਇਆ ਤੇ ਤੁਸੀਂ ਇੱਥੇ ਮਿਨਿਸਟਰੀ ਆਫ ਆਇਲਟਸ 'ਚ ਆ ਜਾਓ, ਤੁਹਾਨੂੰ 50% ਮਤਲਬ ਅੱਧੇ ਪੈਸੇ ਤੁਹਾਡੇ ਲੱਗਣੇ ਆ, ਅੱਧੇ ਪੈਸੇ ਤੁਹਾਨੂੰ ਜਿਹੜੇ ਕਿ ਮਾਫ ਕੀਤੇ ਆ। ਇੱਥੇ ਤੁਹਾਨੂੰ ਆਫਰ ਦੇ ਦਿੱਤੀ ਆ ਵੀ ਤੁਸੀਂ ਇੱਥੇ ਆ ਕੇ ਫਾਇਦਾ ਲੈ ਸਕੋ। ਤੁਸੀਂ ਆਇਲਟਸ ਕਰਨੀ ਹੈਗੀ ਆ, ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਆ, ਜਾਂ ਤੁਸੀਂ ਕੈਨੇਡਾ ਸੌਖੇ ਤਰੀਕੇ ਨਾਲ ਜਾਣਾ ਚਾਹੁੰਦੇ ਆ, ਨੰਬਰ ਸਕਰੀਨ ਤੇ ਆ ਰਿਹਾ, ਤੁਸੀਂ ਫੋਨ ਕਰ ਸਕਦੇ ਆ। ਇਹਨਾਂ ਨਾਲ ਕੋਈ ਵੀ ਗੱਲਬਾਤ ਕਰਨੀ ਕਰ ਸਕਦੇ ਆ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ, ਸਾਂਝ TV ਫਗਵਾੜਾ।